हाँ जी, पेज नंबर 93 ਤੋਂ ਸਟਾਰਟ ਕਰਨਾ ਆ, ਜਿੱਥੇ ਨੀਲ ਪਰੀ ਜਿਹੜੀ ਆ ਉਹਦੇ ਆਦੇਸ਼ ਦੇ ਨਾਲ ਜਾਦੂਗਰ ਸਾਰੇ ਵੱਡਿਆਂ ਨੂੰ ਉਹਨਾਂ ਦੇ ਬਚਪਨ ਦੇ ਵਿੱਚ ਭੇਜਦਾ ਆ, ਔਰ ਸਾਰੇ ਵੱਡੇ ਜਿਹੜੇ ਆ ਉਹ ਮौज ਮਸਤੀ ਕਰਦੇ ਹੋਏ ਨਜ਼ਰ ਆਉਂਦੇ ਆ ਆਪਣੇ ਬਚਪਨ ਦੇ ਵਿੱਚ। ਪੇਜ ਨੰਬਰ 93 ਤੋਂ ਕੰਟੀਨਿਊ ਕਰਦੇ ਆ। ਦੋਹੇ ਕੀ ਹੋਇਆ ਕਾਟੋ ਮੰਮੀ ਉਹ ਮੈਂ ਭੱਜਦੀ ਜਾਂਦੀ ਸੀ, ਧੀਰੇ ਨੇ ਮੈਨੂੰ ਧੱਕਾ ਦੇਤਾ ਨੇਤਾ ਪਾਪਾ ਨੂੰ। ਅੱਛਾ ਤੂੰ ਸਾਡੀ ਗਲੀ ਦੀ ਕੁੜੀ ਨੂੰ ਮਾਰਿਆ, ਠਹਿਰ ਜਾ। ਅਬ ਦੋਹੇ ਲੜਦੇ ਹਨ, ਆਵਾਜ਼ ਆਉਂਦੀ ਹੈ, ਆਵਾਜ਼ ਵੇ ਨਲਾਇਕੋ ਆ ਜਾਓ ਹੁਣ ਤੇ ਪੜ੍ਹ ਲਓ, ਨਹੀਂ ਤਾਂ ਫੇਲ ਹੋ ਜਾਓਗੇ। ਪ੍ਰਿੰਸੀਪਲ ਕੋਈ ਨਹੀਂ ਵੇਖੀ ਜਾਓ, ਇੱਥੇ ਜੰਗ ਲੱਗੀ ਹੋਈ ਹੈ ਤੇ ਬੁੜੀ ਨੂੰ ਫੇਲ ਪਾਸ ਸੁੱਝਦਾ ਹੈ। ਲੜਾਈ ਤੇਜ਼ ਹੋ ਜਾਂਦੀ ਹੈ, ਅਧਿਆਪਕਾ ਆਉਂਦੀ ਹੈ। ਅਧਿਆਪਕ ਸੁਣੋ ਸੁਣੋ ਸੁਣੋ, ਮੈਂ ਇੱਕ ਪੋਇਮ ਲਿਖੀ ਹੈ, ਸਾਰੇ ਮੇਰੀ ਪੋਇਮ ਸੁਣੋ। ਸਾਰਾ ਕੁਝ ਭੁੱਲ ਕੇ ਸਾਰੇ ਉਸਦੇ ਦੁਆਲੇ ਹੋ ਜਾਂਦੇ ਹਨ। ਅਧਿਆਪਕ ਨਿੱਕੀ ਜਹੀ ਮੈਂ ਬੱਚੀ ਹਾਂ, ਨਿੱਕਾ ਨਿੱਕਾ ਸੋਚਾਂ ਮੈਂ, ਨਿੱਕੀ ਮੇਰੀ ਕਲਪਨਾ ਤੇ ਨਿੱਕਾ ਨਿੱਕਾ ਲੋਚਾ ਮੈਂ। ਕਲਪਨਾ ਕਹਿੰਦੇ ਆ ਇਮੈਜੀਨੇਸ਼ਨ ਨੂੰ, ਤੇ ਲੋਚਣਾ ਹੁੰਦਾ ਕਿਸੇ ਚੀਜ਼ ਦੀ ਇੱਛਾ ਕਰਨੀ, ਚਾਹਣਾ। ਹੁਣ ਇਹਦੇ ਵਿੱਚ ਜਿਹੜੀ ਅਧਿਆਪਕਾ ਹੈ ਉਹ ਇੱਕ ਛੋਟੀ ਜਿਹੀ ਬੱਚੀ ਦਾ ਰੂਪ ਧਾਰਨ ਕਰਕੇ ਬੈਠੀ ਹੈ, ਔਰ ਕੀ ਕਹਿੰਦੀ ਹੈ ਕਿ ਨਿੱਕੀ ਜਿਹੀ ਮੈਂ ਇੱਕ ਬੱਚੀ ਆ, ਔਰ ਮੈਂ ਜਿਹੜੀ ਆ ਬਹੁਤ ਨਿੱਕਾ ਨਿੱਕਾ ਸੋਚਦੀ ਹਾਂ, ਜਿਸ ਤਰ੍ਹਾਂ ਬੱਚੇ ਜਿਹੜੇ ਆ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਉਮੀਦਾਂ ਹੁੰਦੀਆਂ, ਨਿੱਕਾ ਨਿੱਕਾ ਸੋਚਦੇ ਆ, ਉਸੇ ਤਰ੍ਹਾਂ ਜਿਹੜੀ ਹੈ ਅਧਿਆਪਕਾ ਵੀ ਇੱਕ ਨਿੱਕੀ ਜਿਹੀ ਬੱਚੀ ਦੇ ਰੂਪ ਵਿੱਚ ਸੋਚਦੀ ਹੈ ਔਰ ਕਲਪਨਾ ਕਰਦੀ ਹੈ ਤੇ ਨਿੱਕਾ ਨਿੱਕਾ ਲੋਚਦੀ, ਔਰ ਨਿੱਕੀ ਨਿੱਕੀ ਇੱਛਾ ਜਿਹੜੀ ਆ ਉਹ ਰੱਖਦੀ ਹੈ। ਕੀ ਉਹਦੀ ਇੱਛਾ ਆ? ਡਾਕਟਰ ਨਹੀਂ ਬਣਨਾ, ਮੈਂ ਇੰਜੀਨੀਅਰ ਨਹੀਂ ਬਣਨਾ, ਅੰਬਰ ਦੇ ਵਿੱਚ ਉੱਡਣ ਵਾਲਾ ਨਿੱਕਾ ਪੰਛੀ ਬਣਨਾ ਮੈਂ। ਸੋ ਸੇਮ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਬੱਚੇ ਆ, ਜਿਸ ਤਰ੍ਹਾਂ ਕਿ ਪਹਿਲਾਂ ਨਿੱਕੀ ਤੇ ਵਿੱਕੀ ਦੇ ਪਾਤਰ ਰਾਹੀਂ ਦਿਖਾਇਆ ਗਿਆ ਸੀ ਕਿ ਉਹ ਜਿਹੜੇ ਆ ਡਾਕਟਰ ਤੇ ਇੰਜੀਨੀਅਰ ਨਹੀਂ ਬਣਨਾ ਚਾਹੁੰਦੇ, ਉਸੇ ਤਰ੍ਹਾਂ ਜਿਹੜੀ ਅਧਿਆਪਿਕਾ ਆ ਉਹ ਵੀ ਆਪਣੇ ਬਚਪਨ ਦੇ ਵਿੱਚ ਜਿਹੜੀ ਹੈ ਉਹ ਇਹੀ ਇੱਛਾ ਰੱਖਦੀ ਹੈ ਕਿ ਉਹਨੇ ਨਾ ਤਾਂ ਡਾਕਟਰ ਬਣਨਾ ਆ ਤੇ ਨਾ ਹੀ ਇੰਜੀਨੀਅਰ ਬਣਨਾ ਆ, ਬਲਕਿ ਉਸਨੇ ਆਕਾਸ਼ ਦੇ ਵਿੱਚ ਆਜ਼ਾਦੀ ਦੇ ਨਾਲ ਉੱਡਣ ਵਾਲਾ ਪੰਛੀ ਬਣਨਾ ਹੈ। ਕਹਿਣ ਤੋਂ ਕੀ ਭਾਵ ਹੈ ਕਿ ਜਿਹੜੀ ਅਧਿਆਪਕਾ ਹੈ ਉਹ ਵੀ ਇੱਕ ਆਜ਼ਾਦੀ ਭਰਿਆ ਜੀਵਨ ਜੀਣਾ ਚਾਹੁੰਦੀ ਹੈ। ਸੋ ਜਿਸ ਤਰ੍ਹਾਂ ਵੱਡੇ ਜਿਹੜੇ ਆ ਉਹ ਬੱਚਿਆਂ ਦੇ ਉੱਪਰ ਪਾਉਂਦੇ ਆ, ਪੜ੍ਹਾਈ ਦਾ ਬੋਝ ਪਾਉਂਦੇ ਆ, ਪਰ ਆਪਣੇ ਬਚਪਨ ਦੇ ਵਿੱਚ ਖੁਦ ਵੀ ਜਿਹੜਾ ਹੈ ਉਹ ਪੜ੍ਹਨਾ ਨਹੀਂ ਚਾਹੁੰਦੇ, ਸਗੋਂ ਕਿ ਉਹ ਇਹ ਇੱਛਾ ਰੱਖਦੇ ਆ ਕਿ ਉਹਨਾਂ ਨੂੰ ਪੰਛੀਆਂ ਦੇ ਵਾਂਗ ਆਜ਼ਾਦ ਜ਼ਿੰਦਗੀ ਜਿਉਣ ਨੂੰ ਮਿਲੇ। ਸਾਰੇ ਵੱਡੇ ਗਾਉਂਦੇ ਨਿੱਕੇ ਨਿੱਕੇ ਬੱਚੇ ਅਸੀਂ ਨਿੱਕਾ ਨਿੱਕਾ ਸੋਚਦੇ, ਨਿੱਕੀ ਸਾਡੀ ਕਲਪਨਾ ਤੇ ਨਿੱਕਾ ਨਿੱਕਾ ਲੋਚਦੇ, ਡਾਕਟਰ ਨਹੀਂ ਬਣਨਾ, ਇੰਜੀਨੀਅਰ ਨਹੀਂ ਬਣਨਾ, ਅੰਬਰ ਦੇ ਵਿੱਚ ਉੱਡਣ ਵਾਲਾ ਨਿੱਕਾ ਪੰਛੀ ਬਣਨਾ। ਸੋ ਅਧਿਆਪਕਾ ਤੋਂ ਬਾਅਦ ਜਿੰਨੇ ਵੀ ਵੱਡੇ ਆ ਉਹ ਸਾਰੇ ਹੀ ਉਹਦਾ ਸਾਥ ਦਿੰਦੇ ਆ, ਔਰ ਸਾਰੇ ਹੀ ਇਹੀ ਕਹਿੰਦੇ ਆ ਕਿ ਉਹਨਾਂ ਨੇ ਜਿਹੜਾ ਹੈ ਬਹੁਤੀ ਪੜ੍ਹਾਈ ਨਹੀਂ ਕਰਨੀ, ਨਾ ਡਾਕਟਰ ਬਣਨਾ, ਨਾ ਇੰਜੀਨੀਅਰ ਬਣਨਾ ਆ, ਬਲਕਿ ਜਿਹੜਾ ਹੈ ਆਜ਼ਾਦ ਪੰਛੀ ਬਣਨਾ ਆ, ਔਰ ਆਜ਼ਾਦੀ ਭਰਿਆ ਜੀਵਨ ਜਿਹੜਾ ਆ ਉਹ ਜਿਉਣਾ ਆ। ਨਿੱਕੀ ਨ੍ਰਿਤ ਕਰਦੀ ਹੋਈ ਮਨ ਤੇ ਕੋਈ ਨਾ ਬੰਧਨ ਹੋਵੇ, ਅੰਬਰ ਦੀ ਵੀ ਕੋਈ ਹੱਦ ਨਾ ਹੋਵੇ। ਹੁਣ ਜਿਹੜੀ ਨਿੱਕੀ ਹੈ ਉਹ ਆਪਣੇ ਭਾਵ ਵਿਅਕਤ ਕਰਦੀ ਹੋਈ ਕੀ ਕਹਿੰਦੀ ਹੈ ਕਿ ਮਨ ਦੇ ਉੱਪਰ ਕੋਈ ਬੰਧਨ ਹੁੰਦਾ ਆ, ਕਿਸੇ ਵੀ ਚੀਜ਼ ਤੋਂ ਰੋਕਣਾ, ਕਿਸੇ ਚੀਜ਼ ਤੋਂ। ਅੰਬਰ ਦੀ ਵੀ ਕੋਈ ਹੱਦ ਨਾ ਹੋਵੇ, ਮਤਲਬ ਕੀ ਹੈ ਕਿ ਖੁੱਲ੍ਹਾ ਆਸਮਾਨ ਹੋਵੇ। ਹੁਣ ਇਹਦੇ ਵਿੱਚ ਜਿਹੜੀ ਹੈ ਉਹ ਨਿੱਕੀ ਜਿਹੜੀ ਹੈ ਉਹ ਕੀ ਚਾਹੁੰਦੀ ਹੈ? ਮਨ 'ਤੇ ਕੋਈ ਬੰਧਨ ਨਾ ਹੋਵੇ, ਕਿ ਉਹਨਾਂ ਦੇ ਮਨ ਦੇ ਉੱਪਰ ਕੋਈ ਵੀ ਬੋਝ ਨਾ ਹੋਵੇ, ਕਿਸੇ ਚੀਜ਼ ਦੀ ਉਹਨਾਂ ਨੂੰ ਰੋਕ ਨਾ ਹੋਵੇ, ਤੇ ਉਹਨਾਂ ਦੇ ਸਾਹਮਣੇ ਖੁੱਲ੍ਹਾ ਆਸਮਾਨ ਹੋਵੇ, ਖੁੱਲ੍ਹਾ ਪਰ ਤੇ ਮੈਂ ਉੱਡ ਜਾਵਾਂ, ਮੈਂ ਹੋਵਾਂ ਤੇ ਅੰਬਰ ਹੋਵੇ। ਨਿੱਕੀ ਕੀ ਚਾਹੁੰਦੀ ਹੈ ਕਿ ਉਹ ਜਿਹੜੀ ਹੈ ਬਿਲਕੁਲ ਆਜ਼ਾਦ ਪੰਛੀ ਦੀ ਤਰ੍ਹਾਂ ਹੋਵੇ, ਜਿਹਦੇ ਸਾਹਮਣੇ ਖੁੱਲ੍ਹਾ ਆਸਮਾਨ ਹੋਵੇ, ਜਦੋਂ ਉਹ ਦਿਲ ਕਰੇ ਆਪਣੇ ਪਰ ਖੋਲ੍ਹੇ, ਖੰਭ ਖੋਲ੍ਹੇ ਤੇ ਖੁੱਲ੍ਹੇ ਆਸਮਾਨ ਦੇ ਵਿੱਚ ਉੱਡ ਜਾਵੇ। ਕਹਿਣ ਤੋਂ ਭਾਵ ਕੀ ਹੈ ਕਿ ਉਹਦੇ ਸਾਹਮਣੇ ਕੋਈ ਰੋਕ ਟੋਕ ਨਾ ਹੋਵੇ, ਕਿਸੇ ਤਰ੍ਹਾਂ ਦੀ ਜਿਹੜੀ ਹੈ ਕੋਈ ਵੀ ਪੜ੍ਹਾਈ ਦਾ ਬੋਝ ਨਾ ਹੋਵੇ, ਖੁੱਲ੍ਹਾ ਅੰਬਰ ਹੋਵੇ, ਆਜ਼ਾਦੀ ਭਰਿਆ ਜੀਵਨ ਹੋਵੇ, ਤੇ ਖੁੱਲ੍ਹੇ ਆਸਮਾਨ ਦੇ ਵਿੱਚ ਉਹ ਪੰਛੀ ਦੇ ਵਾਂਗ ਉੱਡੇ। ਰਾਜ ਨਾ ਮੰਗਾ, ਤਾਜ ਨਾ ਮੰਗਾ, ਨਾ ਦੌਲਤਮੰਦ ਬਣਨਾ। ਸੋ ਨਿੱਕੀ ਜਿਹੜੀ ਹੈ ਉਹ ਇੱਕ ਨਿੱਕੀ ਜਿਹੀ ਬੱਚੀ ਹੈ ਜੋ ਜਿਹਦੀਆਂ ਉਮੀਦਾਂ ਜਿਹੜੀਆਂ ਆ ਉਹ ਬਹੁਤੀਆਂ ਵੱਡੀਆਂ ਨਹੀਂ ਹੈ। ਉਹ ਨਾ ਰਾਜ ਮੰਗਦੀ ਹੈ, ਨਾ ਤਾਜ ਜਿਹੜਾ ਆ ਉਹ ਸਿਰ ਦੇ ਉੱਪਰ ਪਹਿਨਾਇਆ ਜਾਂਦਾ ਆ। ਜਦੋਂ ਕਿਸੇ ਦੇ ਹੱਥ ਦੇ ਵਿੱਚ ਰਾਜ ਤਖਤ ਆਉਂਦਾ ਆ ਤਾਂ ਉਹਦੇ ਉੱਪਰ ਤਾਜ ਸਜਾਇਆ ਜਾਂਦਾ ਆ। ਨਾ ਦੌਲਤਮੰਦ ਬਣਨਾ, ਤੇ ਨਾ ਹੀ ਨਿੱਕੀ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਉਹਦੇ ਕੋਲ ਬਹੁਤ ਸਾਰਾ ਪੈਸਾ ਆ ਜਾਵੇ। ਸੋ ਨਿੱਕੀ ਜਿਹੜੀ ਹੈ ਉਹਦੀਆਂ ਉਮੀਦਾਂ ਬਹੁਤ ਵੱਡੀਆਂ ਨਹੀਂ ਹੈ, ਉਹ ਰਾਜ ਤਾਜ ਨਹੀਂ ਮੰਗਦੀ, ਨਾ ਹੀ ਪੈਸਾ ਧਨ ਦੌਲਤ ਮੰਗਦੀ ਹੈ। ਉਹ ਸਿਰਫ ਕੀ ਮੰਗ ਰਹੀ ਹੈ? ਆਜ਼ਾਦੀ ਭਰਿਆ ਜੀਵਨ ਮੰਗ ਰਹੀ ਹੈ।
ਅੰਬਰ ਦੇ ਵਿੱਚ ਉੱਡਣ ਵਾਲਾ ਨਿੱਕਾ ਪੰਛੀ ਬਣਨਾ। ਸੋ ਨਿੱਕੀ ਜਿਹੜੀ ਹੈ ਉਹ ਆਜ਼ਾਦੀ ਦੇ ਨਾਲ ਜੀਵਨ ਜਿਉਣ ਵਾਲਾ ਪੰਛੀ ਬਣਨਾ ਚਾਹੁੰਦੀ ਹੈ, ਜਿਹਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਾ ਹੋਵੇ। ਬਸਤੇ ਪਰ ਜੇ ਪੜ੍ਹੇ ਨਾ ਕਰੋਗੇ ਕਿ ਪਿੱਛੇ ਰਹਿ ਜਾਏਗੀ ਜ਼ਿੰਦਗੀ। ਸੋ ਇਹਦੇ ਵਿੱਚ ਜਿਹੜਾ ਹੈ ਨਾ ਲੇਖਕ ਨੇ ਜਿਸ ਤਰ੍ਹਾਂ ਕਹਿ ਲਓ ਕਿ ਬੱਚਿਆਂ ਦੇ ਉੱਪਰੋਂ ਪੜ੍ਹਾਈ ਦੇ ਬੋਝ ਨੂੰ ਘਟਾਉਣ ਦੀ ਗੱਲ ਕੀਤੀ ਆ, ਨਾਲ ਹੀ ਨਾਲ ਜਿਹੜਾ ਆ ਵਿਦਿਆਰਥੀ ਜੀਵਨ ਦੇ ਵਿੱਚ ਬਸਤੇ ਦੀ ਅਹਿਮੀਅਤ ਨੂੰ ਵੀ ਬਿਆਨ ਕੀਤਾ ਆ ਕਿ ਜੇਕਰ ਅਸੀਂ ਇਹ ਸੋਚੀਏ ਕਿ ਬਸਤੇ ਦਾ ਬੋਝ ਬੱਚਿਆਂ ਦੇ ਉੱਪਰੋਂ ਬਿਲਕੁਲ ਖਤਮ ਕਰ ਦਿੱਤਾ ਜਾਵੇ ਤਾਂ ਉਹ ਵੀ ਸਹੀ ਨਹੀਂ ਹੈ। ਬੇਸ਼ੱਕ ਜਿਹੜਾ ਹੈ ਬੱਚਿਆਂ ਨੂੰ ਆਜ਼ਾਦੀ ਮਿਲਣੀ ਬਹੁਤ ਜ਼ਰੂਰੀ ਹੈ, ਖੁੱਲ੍ਹ ਮਿਲਣੀ ਬਹੁਤ ਜ਼ਰੂਰੀ ਹੈ, ਪੜ੍ਹਾਈ ਦਾ ਬੋਝ ਘਟਣਾ ਬਹੁਤ ਜ਼ਰੂਰੀ ਹੈ, ਪਰ ਨਾਲ ਹੀ ਨਾਲ ਬਸਤੇ ਦੀ ਅਹਿਮੀਅਤ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਜਿਹੜਾ ਹੈ ਸਮੇਂ-ਸਮੇਂ ਬਸਤੇ ਦੀ ਅਹਿਮੀਅਤ ਨੂੰ ਬਿਆਨ ਕਰਦਾ ਹੋਇਆ ਲੇਖਕ ਕੀ ਕਹਿੰਦਾ ਹੈ, ਪਰ ਜੇ ਪੜ੍ਹੇ ਨਾ ਕਰੋਗੇ ਕਿ ਪਿੱਛੇ ਰਹਿ ਜਾਏਗੀ ਜ਼ਿੰਦਗੀ। ਕਿ ਜੇਕਰ ਬੱਚੇ ਜਿਹੜੇ ਆ ਉਹ ਨਾ ਪੜ੍ਹੇ ਲਿਖੇ, ਉਹਨਾਂ ਨੇ ਕਿਸੇ ਤਰ੍ਹਾਂ ਦਾ ਗਿਆਨ ਹਾਸਲ ਨਾ ਕੀਤਾ ਤਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਪੜ੍ਹਾਈ ਤੋਂ ਬਿਨਾਂ ਪਿੱਛੇ ਰਹਿ ਜਾਏਗੀ, ਅਧੂਰੀ ਰਹਿ ਜਾਏਗੀ। ਕਿਉਂ ਇਸ ਤਰ੍ਹਾਂ ਹੋਏਗਾ? ਖੇਡਾਂ ਦੇ ਨਾਲ ਢਿੱਡ ਨਹੀਂ ਭਰਨਾ ਜੀਣ ਲਈ ਤੁਸੀਂ ਕਰੋਗੇ ਕਿ ਜੇਕਰ ਬੱਚਿਆਂ ਨੇ ਕੋਈ ਪੜ੍ਹਾਈ ਲਿਖਾਈ ਨਾ ਕੀਤੀ, ਉਹਨਾਂ ਦੇ ਹੱਥ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਹੁਨਰ ਨਾ ਆਇਆ ਤਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਪਿੱਛੇ ਰਹਿ ਜਾਏਗੀ। ਕਿਉਂਕਿ ਢਿੱਡ ਭਰਨ ਦੇ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ, ਕਮਾਈ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਕੱਲਾ ਖੇਡ ਕੇ ਢਿੱਡ ਨਹੀਂ ਭਰਦਾ। ਢਿੱਡ ਭਰਨ ਦੇ ਲਈ, ਜੀਣ ਦੇ ਲਈ ਮਨੁੱਖ ਕੋਲ ਪੈਸਾ ਹੋਣਾ ਜ਼ਰੂਰੀ ਹੈ, ਔਰ ਪੈਸਾ ਕਮਾਉਣ ਦੇ ਲਈ ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਬਸਤਾ ਕਹਿੰਦਾ ਹੈ ਕਿ ਜੇਕਰ ਉਹ ਪੜ੍ਹੇ ਲਿਖੇ ਨਾ ਤਾਂ ਉਹ ਜੀਣ ਲਈ ਕੀ ਕਰਨਗੇ, ਕਿਉਂਕਿ ਇਕੱਲੀਆਂ ਖੇਡਾਂ ਦੇ ਨਾਲ ਉਹਨਾਂ ਦਾ ਢਿੱਡ ਨਹੀਂ ਭਰਨਾ। ਸਾਰੇ ਪੜ੍ਹਨਾ ਮਨ ਦੀ ਖੁਸ਼ੀ ਦੇ ਨਾਲ ਹੱਸ ਪੜ੍ਹਾਂਗੇ ਅਸੀਂ, ਪਰ ਤਨ ਮਨ ਤੇ ਬੋਝ ਬਣੇ ਜੋ ਉਸ ਪੜ੍ਹਾਈ ਦਾ ਕਰਨਾ ਹੈ। ਜਿੱਥੇ ਬਸਤਾ ਜਿਹੜਾ ਹੈ ਉਹ ਆਪਣੀ ਅਹਿਮੀਅਤ ਦਿਖਾਉਂਦਾ ਆ, ਉੱਥੇ ਸਾਰੇ ਬੱਚੇ ਜਿਹੜੇ ਆ ਉਹ ਕੀ ਕਹਿੰਦੇ ਆ ਕਿ ਜਿਹੜੀ ਪੜ੍ਹਾਈ ਹੈ ਉਹ ਮਨ ਦੇ ਨਾਲ ਹੁੰਦੀ ਹੈ। ਜਦੋਂ ਮਨ ਖੁਸ਼ ਹੋਵੇ ਜਾਂ ਜਦੋਂ ਪੜ੍ਹਨ ਨੂੰ ਮਨ ਕਰੇ ਉਦੋਂ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਉਦੋਂ ਬੱਚੇ ਜਿਹੜੇ ਆ ਉਹ ਹੱਸ ਕੇ ਪੜ੍ਹਾਈ ਕਰ ਸਕਦੇ ਆ। ਪਰ ਜਿਸ ਤਰ੍ਹਾਂ ਮਾਤਾ ਪਿਤਾ ਜਾਂ ਅਧਿਆਪਕ ਜਿਹੜੇ ਆ ਉਹ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬੋਝ ਪਾਉਂਦੇ ਆ ਔਰ ਸਾਰਾ ਦਿਨ ਉਹਨਾਂ ਨੂੰ ਪੜ੍ਹਨ ਦੇ ਲਈ ਕਹਿੰਦੇ ਆ, ਔਰ ਬੱਚਿਆਂ ਨੂੰ ਜਿਹੜਾ ਆ ਆਪਣਾ ਤਨ ਮਨ ਮਾਰਨਾ ਪੈਂਦਾ ਆ, ਤਾਂ ਇਹੋ ਜਿਹੀ ਪੜ੍ਹਾਈ ਜਿਹੜੀ ਹੈ ਉਹ ਬੱਚਿਆਂ ਦੇ ਉੱਪਰ ਬੋਝ ਬਣਦੀ ਹੈ। ਉਸ ਪੜ੍ਹਾਈ ਦਾ ਬੱਚੇ ਜਿਹੜੇ ਆ ਕੀ ਕਰ ਸਕਦੇ ਆ, ਕਿਉਂਕਿ ਅਜਿਹੀ ਪੜ੍ਹਾਈ ਜਿਹੜੀ ਹੈ ਉਹਦੇ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਨਹੀਂ ਹੁੰਦਾ, ਸਗੋਂ ਬੱਚੇ ਜਿਹੜੇ ਆ ਉਹ ਸਰੀਰਕ ਤੌਰ 'ਤੇ ਬਿਮਾਰ ਹੋ ਜਾਂਦੇ ਆ। ਇਸ ਕਰਕੇ ਬੱਚੇ ਕਹਿੰਦੇ ਆ ਕਿ ਪੜ੍ਹਾਈ ਜਿਹੜੀ ਹੈ ਉਹ ਖੁਸ਼ੀ ਦੇ ਨਾਲ ਹੀ ਕੀਤੀ ਜਾ ਸਕਦੀ ਹੈ, ਔਰ ਜਦੋਂ ਉਹਨਾਂ ਦਾ ਮਨ ਖੁਸ਼ ਹੋਵੇ ਉਦੋਂ ਹੱਸ ਕੇ ਪੜ੍ਹਨਗੇ। ਪਰ ਜਿਹੜੀ ਪੜ੍ਹਾਈ ਉਹਨਾਂ ਦੇ ਉੱਪਰ ਬੋਝ ਬਣੇ ਉਸ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਹੈ। ਜੇ ਤਨ ਵੀ ਦੁਖੀ ਤੇ ਮਨ ਵੀ ਦੁਖੀ, ਫਿਰ ਭਲਾ ਕੀ ਕਰਨਾ? ਕਿਉਂਕਿ ਜਿਸ ਤਰ੍ਹਾਂ ਜਿਹੜਾ ਹੈ ਅੱਜ ਕੱਲ੍ਹ ਸਿਲੇਬਸ ਵੱਧ ਰਹੇ ਆ, ਬੱਚਿਆਂ ਦੇ ਉੱਪਰ ਪੜ੍ਹਾਈ ਬੋਝ ਬਣ ਰਹੀ ਆ, ਉਹਦੇ ਨਾਲ ਬੱਚੇ ਜਿਹੜੇ ਆ ਸਰੀਰਕ ਤੌਰ 'ਤੇ ਵੀ ਦੁਖੀ ਆ ਤੇ ਮਾਨਸਿਕ ਤੌਰ 'ਤੇ ਉਹਨਾਂ ਦਾ ਤਨ ਜਿਹੜਾ ਮਤਲਬ ਸਰੀਰ ਉਹ ਵੀ ਪਰੇਸ਼ਾਨ ਰਹਿੰਦਾ, ਕਿਉਂਕਿ ਬੱਚੇ ਜਿਹੜੇ ਆ ਸਰੀਰਕ ਤੌਰ 'ਤੇ ਕਮਜ਼ੋਰ ਹੋ ਜਾਂਦੇ ਆ, ਔਰ ਉਹਨਾਂ ਦਾ ਮਨ ਵੀ ਦੁਖੀ ਰਹਿੰਦਾ ਹੈ, ਕਿਉਂਕਿ ਜਦੋਂ ਉਹਨਾਂ ਨੂੰ ਖੇਡਣ ਤੇ ਟੀਵੀ ਦੇਖਣ ਦਾ ਸਮਾਂ ਨਹੀਂ ਮਿਲਦਾ ਤਾਂ ਬੱਚੇ ਬੇਚੈਨ ਹੋ ਜਾਂਦੇ ਆ। ਫਿਰ ਜਿਹੜੇ ਬੱਚੇ ਆ ਉਹਨਾਂ ਦੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ। ਅੰਬਰ ਦੇ ਵਿੱਚ ਉੱਡਣ ਵਾਲਾ ਨਿੱਕਾ ਪੰਛੀ ਬਣਨਾ। ਕਿਉਂਕਿ ਬੱਚੇ ਜਿਹੜੇ ਆ ਉਹ ਵੀ ਆਜ਼ਾਦੀ ਚਾਹੁੰਦੇ ਆ, ਪੰਛੀਆਂ ਵਾਂਗ ਆਜ਼ਾਦੀ ਚਾਹੁੰਦੇ ਆ, ਤੇ ਉਹ ਵੀ ਚਾਹੁੰਦੇ ਆ ਕਿ ਖੁੱਲ੍ਹੇ ਅਸਮਾਨ ਦੇ ਵਿੱਚ ਉਹ ਪੰਛੀਆਂ ਦੇ ਵਾਂਗ ਉੱਡਣ, ਭਾਵ ਆਜ਼ਾਦੀ ਭਰਿਆ ਜੀਵਨ ਜਿਉ। ਨਿੱਕੇ ਨਿੱਕੇ ਬੱਚੇ ਅਸੀਂ ਨਿੱਕਾ ਨਿੱਕਾ ਸੋਚਦੇ, ਨਿੱਕੀ ਸਾਡੀ ਕਲਪਨਾ ਤੇ ਨਿੱਕਾ ਨਿੱਕਾ ਲੋਚਦੇ, ਕਿ ਬੱਚੇ ਜਿਹੜੇ ਆ ਉਹ ਬਹੁਤ ਛੋਟੇ ਆ, ਉਹਨਾਂ ਦੀਆਂ ਉਮੀਦਾਂ ਜਾਂ ਕਲਪਨਾ ਬਹੁਤ ਵੱਡੀ ਨਹੀਂ ਆ, ਨਿੱਕੀ ਨਿੱਕੀ ਉਹ ਜਿਹੜੀਆਂ ਇੱਛਾ ਰੱਖਦੇ ਆ ਕਿ ਉਹਨਾਂ ਨੇ ਡਾਕਟਰ ਨਹੀਂ ਬਣਨਾ, ਇੰਜੀਨੀਅਰ ਨਹੀਂ ਬਣਨਾ, ਅੰਬਰ ਦੇ ਵਿੱਚ ਜਿਹੜਾ ਹੈ ਉੱਡਣ ਵਾਲਾ ਆਜ਼ਾਦ ਪੰਛੀ ਉਹ ਬਣਨਾ ਹੈ। ਆਖਰੀ ਸਤਰਾਂ ਦੇ ਨਾਲ ਦ੍ਰਿਸ਼ ਹੌਲੀ ਹੌਲੀ ਫੇਡ ਆਊਟ ਮਤਲਬ ਖਤਮ ਹੋ ਜਾਂਦਾ ਹੈ। ਕਹਿਣ ਤੋਂ ਭਾਵ ਕੀ ਹੈ ਕਿ ਜਿਹੜੀ ਨੀਲ ਪਰੀ ਦੀ ਕਚਹਿਰੀ ਲੱਗੀ ਸੀ ਇੱਥੇ ਆ ਕੇ ਉਹ ਖਤਮ ਹੋ ਜਾਂਦੀ ਹੈ। ਅਖੀਰ ਦੇ ਵਿੱਚ ਜਦੋਂ ਨੀਲ ਪਰੀ ਆਪਣਾ ਫੈਸਲਾ ਸੁਣਾ ਦਿੰਦੀ ਆ, ਉਸ ਤੋਂ ਬਾਅਦ ਹੀ ਵੱਡੇ ਜਿਹੜੇ ਆ ਸੁਧਰਦੇ ਨਹੀਂ ਹੈ, ਔਰ ਵੱਡੇ ਜਿਹੜੇ ਆ ਉਹਨਾਂ ਨੂੰ ਬਚਪਨ ਦੇ ਵਿੱਚ ਭੇਜ ਕੇ ਉਹਨਾਂ ਦਾ ਬਚਪਨ ਯਾਦ ਕਰਵਾਇਆ ਜਾਂਦਾ ਆ, ਔਰ ਬੱਚੇ ਵੀ ਜਿਹੜੇ ਆ ਉਹ
ਜਿਹੜੇ ਵੱਡੇ ਆ ਬੱਚੇ ਬਣ ਕੇ ਉਹ ਵੀ ਖੇਡਣਾ ਹੀ ਚਾਹੁੰਦੇ ਆ, ਤਾਂ ਉੱਥੇ ਜਾ ਕੇ ਜਿਹੜਾ ਹੈ ਇਹ ਅਖੀਰ ਦੇ ਉੱਪਰ ਸਾਰੇ ਜਿਹੜੇ ਆ ਉਹਦੇ ਰਾਹੀਂ ਇਹ ਸਿੱਧ ਕੀਤਾ ਗਿਆ ਹੈ ਕਿ ਬੱਚੇ ਜਿਹੜੇ ਆ ਉਹ ਇਕੱਲਾ ਪੜ੍ਹਨਾ ਹੀ ਨਹੀਂ ਚਾਹੁੰਦੇ, ਸਗੋਂ ਖੇਡਣਾ ਵੀ ਚਾਹੁੰਦੇ ਆ, ਕਿਉਂਕਿ ਪੜ੍ਹਨ ਦੇ ਲਈ ਜਿਹੜਾ ਹੈ ਤਨ ਤੇ ਮਨ ਤੰਦਰੁਸਤ ਹੋਣਾ ਬਹੁਤ ਹੀ ਜ਼ਰੂਰੀ ਆ, ਕਿਉਂਕਿ ਪੜ੍ਹਾਈ ਜਿਹੜੀ ਆ ਉਹ ਮਨ ਦੀ ਖੁਸ਼ੀ ਦੇ ਨਾਲ ਹੁੰਦੀ ਆ। ਸੋ ਇੱਥੇ ਜਾ ਕੇ ਜਿਹੜੀ ਹੈ ਨੀਲ ਪਰੀ ਦੀ ਕਚਹਿਰੀ ਖਤਮ ਹੁੰਦੀ ਹੈ। ਇਹਨਾਂ ਸਤਰਾਂ ਨੂੰ ਸਾਰੇ ਗਾ ਰਹੇ ਹਨ ਤੇ ਸਾਰੇ ਖੁਸ਼ ਹਨ। ਫਿਰ ਇਹਨੂੰ ਹੁੰਦਾ ਹੈ ਸੋਫੇ ਤੇ ਹੀ ਲੇਟੀ ਪਈ ਨਿੱਕੀ ਨੂੰ ਉਸਦੀ ਮੰਮੀ ਪੂਰੇ ਗੁੱਸੇ ਨਾਲ ਝੰਜੋੜ ਕੇ ਜਗਾ ਰਹੀ ਹੈ। ਕੋਲ ਹੀ ਨਾਰਾਜ਼ਗੀ ਦੀ ਰੋਹ ਵਿੱਚ ਪਾਪਾ ਹਨ। ਮੰਮੀ, ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਘਰੋਂ ਨਿਕਲੀ ਨਹੀਂ ਤਾਂ ਇਸਨੇ ਲੱਗ ਜਾਣਾ ਘਰਾੜੇ ਮਾਰਨ। 20 ਵਾਰੀ ਕਿਹਾ ਇਹਨੂੰ ਕਿ ਰਾਤ ਨੂੰ ਜਲਦੀ ਸੋ ਜਾਇਆ ਕਰ, ਪਰ ਨਹੀਂ, ਇਸ ਨੂੰ ਮੇਰੀ ਗੱਲ ਸਮਝ ਹੀ ਨਹੀਂ ਲੱਗਦੀ। ਬੇਦੀ ਸਾਹਿਬ ਦੀ ਸੋਨੂੰ ਵੇਖੀ ਹੈ, ਰਾਤ ਦੇ 11 ਵਜੇ ਤੱਕ ਪੜ੍ਹਦੀ ਹੈ ਤੇ ਇਸ ਨੂੰ ਮੈਡਮ ਨੂੰ ਦਿਨੇ ਵੀ ਨੀਂਦ ਘੇਰੀ ਰੱਖਦੀ ਹੈ। ਹੁਣ ਬੈਠੀ ਕੀ ਕਰਦੀ ਹੈ, ਮਾਰ ਲੈ ਮੂੰਹ ਤੇ ਛਿੱਟੇ ਪਾਣੀ ਦੇ ਤੇ ਉੱਠ ਕੇ ਪੜ੍ਹ। ਸੋ ਜਿੱਥੋਂ ਇਹ ਸਮੱਸਿਆ ਸ਼ੁਰੂ ਹੋਈ ਸੀ ਉੱਥੇ ਹੀ ਆ ਕੇ ਸਮੱਸਿਆ ਫਿਰ ਖੜੀ ਹੋ ਗਈ। ਪਹਿਲਾਂ ਬੱਚਿਆਂ ਨੇ ਆਪਣੀ ਸਭਾ ਕੀਤੀ, ਉਹਦੇ ਰਾਹੀਂ ਸਮੱਸਿਆ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਫਿਰ ਨੀਲ ਪਰੀ ਦੀ ਕਚਹਿਰੀ ਵੀ ਲੱਗੀ, ਜਿਹਦੇ ਵਿੱਚ ਜਿਹੜੀ ਹੈ ਸਮੱਸਿਆ ਦਾ ਹੱਲ ਲੱਭਦਾ ਨਜ਼ਰ ਆਇਆ। ਪਰ ਅਖੀਰ ਜਦੋਂ ਨਿੱਕੀ ਨੀਲ ਪਰੀ ਜਿਹੜੀ ਹੈ ਉਹ ਆਪਣੇ ਅਸਲੀ ਰੂਪ ਦੇ ਵਿੱਚ ਵਾਪਸ ਆਉਂਦੀ ਹੈ, ਆਪਣੀ ਜਾਗ ਤੋਂ ਉੱਠਦੀ ਹੈ, ਤਾਂ ਫਿਰ ਉਹੀ ਜਿਹੜਾ ਹੈ ਸੀਨ ਉਹਦੇ ਸਾਹਮਣੇ ਆਉਂਦਾ ਹੈ ਕਿ ਮੰਮੀ ਜਿਹੜੀ ਹੈ ਉਹਨੂੰ ਨੀਂਦ ਤੋਂ ਜਗਾ ਰਹੀ ਹੈ, ਉਹਦਾ ਮੁਕਾਬਲਾ ਦੂਜੇ ਬੱਚਿਆਂ ਨਾਲ ਕਰ ਰਹੀ ਹੈ ਔਰ ਉਹਨੂੰ ਕਹਿੰਦੀ ਹੈ ਕਿ ਜਿਹੜੇ ਹੈ ਬਾਕੀ ਬੱਚੇ ਰਾਤ ਦੇ 11 ਵਜੇ ਤੱਕ ਪੜ੍ਹਦੇ ਆ, ਪਰ ਇਹ ਸਾਰਾ ਦਿਨ ਸੌਂ ਕੇ ਆਪਣਾ ਸਮਾਂ ਖਰਾਬ ਕਰਦੀ ਹੈ, ਪੜ੍ਹਨ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ। ਸੋ ਸਮੱਸਿਆ ਜਿੱਥੋਂ ਸ਼ੁਰੂ ਹੋਈ ਸੀ ਫਿਰ ਉੱਥੇ ਹੀ ਆ ਕੇ ਖੜੀ ਹੋ ਗਈ ਕਿ ਹਜੇ ਵੀ ਜਿਹੜੇ ਆ ਨਿੱਕੀ ਤੇ ਵਿੱਕੀ ਵਰਗੇ ਬੱਚੇ ਪੜ੍ਹਾਈ ਦੇ ਬੋਝ ਤੋਂ ਨਿਕਲ ਨਹੀਂ ਸਕੇ। ਉਸੇ ਤਰ੍ਹਾਂ ਹੀ ਵਿਚਾਰੇ ਜਿਹੜੇ ਹੈ ਬਸਤੇ ਨੂੰ ਢੋ ਰਹੇ ਆ। ਪਾਪਾ, ਬੇਟੇ ਹੁਣ ਬੈਠੇ ਨਾ ਰਹੋ, ਬਸਤਾ ਚੁੱਕੋ ਆਪਣਾ, ਮਗਰੇ ਜਾਂਦੇ ਹਨ। ਨਿੱਕੀ ਦੀ ਨਜ਼ਰ ਬਸਤੇ ਤੇ ਜਾਂਦੀ ਹੈ, ਗੀਤ ਦੀਆਂ ਸਤਰਾਂ ਉਭਰਦੀਆਂ ਹਨ। ਅਗਾਂਹ ਸਾਰਾ ਕਾਰਜ ਇਸ ਗੀਤ ਦੇ ਨਾਲ ਨਾਲ ਹੀ ਵਾਪਰਦਾ ਹੈ। ਨਿੱਕੀ ਦੇ ਚਿਹਰੇ ਤੇ ਡਰ ਦੇ ਭਾਵ ਉਭਰਦੇ ਹਨ। ਦ੍ਰਿਸ਼ ਬਦਲਦਾ ਹੈ। ਅਰਧ ਪੀਲੀ ਰੋਸ਼ਨੀ ਵਿੱਚ, ਅਰਧ ਪੀਲੀ ਮਤਲਬ ਜਦੋਂ ਦਿਨ ਚੜ੍ਹਦਾ ਹੈ, ਜਦੋਂ ਬੱਚਿਆਂ ਦੇ ਸਕੂਲ ਜਾਣ ਦਾ ਸਮਾਂ ਹੁੰਦਾ ਹੈ। ਬਹੁਤ ਸਾਰੇ ਬਸਤੇ ਫਾਂਸੀ ਦੇ ਫੰਦਿਆਂ ਵਾਂਗ ਲਟਕੇ ਹੋਏ ਹਨ। ਮਤਲਬ ਕੀ ਹੈ ਕਿ ਬੱਚੇ ਜਿਹੜੇ ਆ ਉਹ ਆਪਣੇ ਮੋਢਿਆਂ ਦੇ ਉੱਪਰ ਬਸਤੇ ਪਾ ਕੇ ਸਕੂਲ ਦੇ ਲਈ ਤਿਆਰ ਹੋ ਰਹੇ ਆ। ਉਹੀ ਦ੍ਰਿਸ਼ ਹੈ ਕਿ ਸਵੇਰੇ ਜਿਹੜੇ ਆ ਬੱਚਿਆਂ ਨੂੰ ਬਸਤਾ ਢੋਣਾ ਪੈਂਦਾ ਹੈ, ਸਕੂਲ ਦੇ ਲਈ ਦੌੜਨਾ ਪੈਂਦਾ ਹੈ। ਉੱਥੋਂ ਦ੍ਰਿਸ਼ ਜਿਹੜਾ ਹੈ ਫਿਰ ਸਟਾਰਟ ਹੋ ਗਿਆ। ਨਿੱਕੀ ਵਿੱਕੀ ਤੇ ਬਹੁਤ ਸਾਰੇ ਬੱਚੇ ਹੋਰ ਪਿਛਾਂ ਕਰਕੇ ਜਿਵੇਂ ਬੰਨੇ ਹੋਣ, ਧੀਮੇ ਧੀਮੇ ਚੱਲਦੇ ਸਿਰ ਝੁਕਾਈ ਆਉਂਦੇ ਹਨ, ਆ ਕੇ ਬਸਤਿਆਂ ਦੇ ਵਿੱਚੋਂ ਦੀ ਸਾਹਮਣੇ ਵੇਖਦੇ ਹਨ ਤੇ ਫਿਰ ਅੱਖਾਂ ਬੰਦ ਕਰਕੇ ਹੌਲੀ ਹੌਲੀ ਸਿਰ ਝੁਕਾ ਲੈਂਦੇ ਹਨ। ਦ੍ਰਿਸ਼ ਇਸੇ ਅੰਦਾਜ਼ ਵਿੱਚ ਫਰੀਜ਼ ਮਤਲਬ ਖਤਮ ਹੋ ਜਾਂਦਾ ਹੈ ਕਿ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਸ਼ੁਰੂ ਦੇ ਵਿੱਚ ਬਸਤੇ ਢੋਂਦੇ ਹੋਏ ਬੱਚੇ ਸਕੂਲਾਂ ਨੂੰ ਜਾ ਰਹੇ ਆ, ਮੋਢੇ ਉੱਤੇ ਉਹਨਾਂ ਨੇ ਬਸਤੇ ਬੰਨੇ ਹੋਏ ਆ, ਹੌਲੀ ਹੌਲੀ ਚੱਲਦੇ ਆ। ਉਸੇ ਹੀ ਦ੍ਰਿਸ਼ ਦੇ ਵਿੱਚ ਜਿਹੜੀ ਹੈ ਇਕਾਂਗੀ ਦਾ ਅੰਤ ਹੋਇਆ ਆ ਕਿ ਹਜੇ ਵੀ ਬੱਚੇ ਜਿਹੜੇ ਆ ਉਹ ਬਸਤਿਆਂ ਦੇ ਬੋਝ ਤੋਂ ਮੁਕਤ ਨਹੀਂ ਹੋਏ, ਇਹ ਸਮੱਸਿਆ ਹੱਲ ਨਹੀਂ ਹੋਈ। ਉਸੇ ਹੀ ਤਰ੍ਹਾਂ ਜਿਹੜੀ ਹੈ ਇਹ ਸਮੱਸਿਆ ਖੜੀ ਹੈ। ਪਰ ਇੱਥੇ ਤੁਸੀਂ ਜਿਹੜਾ ਹੈ ਜਦੋਂ ਇਸ ਸਮੱਸਿਆ ਨੂੰ ਲਿਖਣਾ ਆ ਤਾਂ ਉਹਦੇ ਵਿੱਚ ਇਹ ਜ਼ਰੂਰ ਜ਼ਿਕਰ ਕਰਨਾ ਹੈ ਕਿ ਇਸ ਇਕਾਂਗੀ ਦੀ ਮੁੱਖ ਸਮੱਸਿਆ ਬੱਚਿਆਂ ਦੇ ਉੱਪਰ ਪਾਇਆ ਜਾਣ ਵਾਲਾ ਪੜ੍ਹਾਈ ਦਾ ਬੋਝ ਹੈ ਔਰ ਇਹਦਾ ਕਾਰਨ ਲਿਖਣਾ ਹੈ ਕਿ ਇਸ ਦਾ ਮੁੱਖ ਕਾਰਨ ਜਿਹੜਾ ਹੈ ਸਾਡੀ ਸਿੱਖਿਆ ਪ੍ਰਣਾਲੀ ਦਾ ਦੋਸ਼ਪੂਰਨ ਹੋਣਾ ਆ, ਕਿਉਂਕਿ ਇਹਦੇ ਵਿੱਚ ਨਾ ਸਿਰਫ ਅਧਿਆਪਕ, ਨਾ ਸਿਰਫ ਪ੍ਰਿੰਸੀਪਲ, ਮੰਤਰੀ ਜਾਂ ਕਹਿ ਲਓ ਕਿ ਮਾਤਾ ਪਿਤਾ ਜ਼ਿੰਮੇਵਾਰ ਆ, ਸਗੋਂ ਸਾਡਾ ਸਾਰਾ ਜਿਹੜਾ ਸਮੂਹਕ ਸਿੱਖਿਆ ਦਾ ਢਾਂਚਾ ਹੈ ਉਹੀ ਦੋਸ਼ਪੂਰਨ ਹੋ ਚੁੱਕਾ ਆ, ਕਿਉਂਕਿ ਹਰ ਵਿਅਕਤੀ ਜਿਹੜਾ ਹੈ ਉਹ ਸਿਰਫ ਆਪਣੇ ਬਾਰੇ ਸੋਚਦਾ ਹੈ, ਬੱਚਿਆਂ ਦੇ ਸਤਰ ਤੇ ਆ ਕੇ ਸੋਚਣਾ ਜਿਹੜਾ ਆ ਕੋਈ ਵੀ ਨਹੀਂ ਚਾਹੁੰਦਾ। ਔਰ ਨੀਲ ਪਰੀ ਦੇ ਪਾਤਰ ਦੇ ਰਾਹੀਂ ਜਿਹੜਾ ਇਕਾਂਗੀਕਾਰ ਆ ਉਹਨੇ ਇਸ ਸਮੱਸਿਆ ਦਾ ਹੱਲ ਵੀ ਕੱਢਿਆ ਆ ਕਿ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਉਨਾ ਹੀ ਬੋਝ ਪਾਉਣਾ ਚਾਹੀਦਾ ਹੈ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਦਾ ਸਰੀਰਕ ਤੇ ਮਾਨਸਿਕ ਤੌਰ ਤੇ ਬਿਮਾਰ ਨਾ ਹੋਣ, ਉਹਨਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਰਹੇ। ਔਰ ਨਾਲ ਹੀ ਨਾਲ ਜਿਹੜੀ ਆ ਲੇਖਕ ਨੇ ਇਹਦੇ ਵਿੱਚ ਵੱਡਿਆਂ ਨੂੰ ਆਪਣੇ ਬਚਪਨ ਵਿੱਚ ਭੇਜ ਕੇ ਇਹ ਵੀ ਸਿੱਧ ਕੀਤਾ ਹੈ ਕਿ ਵੱਡੇ ਵੀ ਬੱਚਿਆਂ ਵਾਂਗ ਹੀ ਖੇਡਣਾ ਚਾਹੁੰਦੇ ਆ, ਆਜ਼ਾਦੀ ਭਰਿਆ ਜੀਵਨ ਜੀਣਾ ਚਾਹੁੰਦੇ ਆ। ਇਸ ਕਰਕੇ ਮਾਤਾ ਪਿਤਾ ਨੂੰ ਆਪਣੀਆਂ ਅਧੂਰੀਆਂ ਇੱਛਾਵਾਂ ਬੱਚਿਆਂ ਦੇ ਉੱਪਰ ਨਾ ਥੋਪ ਕੇ ਸਗੋਂ ਉਹਨਾਂ ਦੀਆਂ ਇੱਛਾਵਾਂ ਦਾ ਧਿਆਨ ਰੱਖ ਕੇ ਹੀ ਉਹਨਾਂ ਨੂੰ ਪੜ੍ਹਾਉਣਾ ਚਾਹੀਦਾ ਹੈ। ਸੋ ਬੇਸ਼ੱਕ ਜਿਹੜੀ ਹੈ ਇਕਾਂਗੀ ਦੀ ਸਮੱਸਿਆ ਹੱਲ ਤਾਂ ਨਹੀਂ ਹੋਈ, ਪਰ ਫਿਰ ਵੀ ਨੀਲ ਪਰੀ ਦੇ ਪਾਤਰ ਰਾਹੀਂ ਇਸ ਸਮੱਸਿਆ ਨੂੰ
ਅਸਿੱਧੇ ਤੌਰ ਤੇ ਹੱਲ ਕਰਨ ਦਾ ਲੇਖਕ ਨੇ ਉਦਮ ਜ਼ਰੂਰ ਕੀਤਾ ਆ, ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਅਸੀਂ ਉਨਾ ਹੀ ਸਿਲੇਬਸ ਦਈਏ, ਉਨਾ ਹੀ ਬੋਝ ਪਾਈਏ ਜਿਹੜੇ ਕਿ ਬੱਚੇ ਖੁਸ਼ੀ ਕਰਨ, ਨਾ ਉਹਨਾਂ ਦਾ ਤਨ ਦੁਖੀ ਹੋਵੇ ਤੇ ਨਾ ਹੀ ਉਹਨਾਂ ਦਾ ਮਨ ਦੁਖੀ ਹੋਵੇ, ਸਗੋਂ ਕਿ ਉਹ ਖੁਸ਼ੀ ਇਸ ਪੜ੍ਹਾਈ ਨੂੰ ਕਰ ਸਕਣ। ਸੋ ਅਖੀਰ ਤੇ ਗੀਤ ਦੇ ਰਾਹੀਂ ਜਿਹੜਾ ਹੈ ਲੇਖਕ ਨੇ ਇਸ ਇਕਾਂਗੀ ਨੂੰ ਖਤਮ ਕੀਤਾ ਆ। ਦੋ ਤਨੀਆਂ ਮਤਲਬ ਬਸਤਾ ਦੇ ਫੰਦੇ ਵਿੱਚ ਨਾ ਘੁੱਟ ਜਾਵੇ ਜੀਵਨ ਦਾ ਸਾਹ। ਮਤਲਬ ਕੀ ਆ ਕਿ ਜਿਹੜੀਆਂ ਦੋ ਤਨੀਆਂ ਬੱਚੇ ਸਾਰਾ ਦਿਨ ਆਪਣੇ ਮੋਢਿਆਂ ਤੇ ਤਾਣ ਕੇ ਗਲੇ ਵਿੱਚ ਪਾ ਕੇ ਘੁੰਮਦੇ ਆ, ਸਕੂਲ ਤੇ ਟਿਊਸ਼ਨਾਂ ਦੇ ਚੱਕਰ ਕੱਟਦੇ ਆ, ਕਿਤੇ ਇਹ ਨਾ ਹੋਵੇ ਕਿ ਉਹਨਾਂ ਦਾ ਸਾਰਾ ਜਿਹੜਾ ਜੀਵਨ ਹੈ ਇਹਨਾਂ ਦੋ ਤਨੀਆਂ ਦੇ ਫੰਦੇ ਦੇ ਵਿੱਚ ਹੀ ਨਿਕਲ ਜਾਵੇ। ਅਰਥਾਤ ਬੱਚਿਆਂ ਦਾ ਜਿਹੜਾ ਬਚਪਨ ਹੈ ਉਹ ਇਸ ਬਸਤੇ ਨੂੰ ਢੂੰਡਦੇ ਹੋਏ ਹੀ ਨਿਕਲ ਜਾਵੇ ਔਰ ਵਿਚਾਰੇ ਜਿਹੜੇ ਆ ਉਹ ਖੇਡਣਾ ਤੇ ਕੁੱਦਣਾ ਭੁੱਲ ਹੀ ਜਾਣ। ਖੁੱਲ੍ਹ ਬੂਹੇ ਆਪਣੇ ਮਨਾਂ ਦੇ, ਆਉਣ ਦਿਓ ਤਾਜ਼ੀ ਹਵਾ। ਸਾਰੇ ਵੱਡਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਆਪਣੀ ਸੋਚ ਨੂੰ ਬਦਲੋ। ਤੁਹਾਡੇ ਮਨ ਦੇ ਵਿੱਚ ਜਿਹੜਾ ਇਹ ਵਿਚਾਰ ਭਰ ਚੁੱਕਾ ਹੈ ਕਿ ਵੀ ਕੰਪੀਟੀਸ਼ਨ ਦਾ ਜ਼ਮਾਨਾ ਆ ਔਰ ਕੰਪੀਟੀਸ਼ਨ ਦੇ ਜ਼ਮਾਨੇ ਵਿੱਚ ਬੱਚਿਆਂ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ, ਇਸ ਸੋਚ ਨੂੰ ਬਦਲੋ। ਆਉਣ ਦਿਓ ਤਾਜ਼ੀ ਹਵਾ ਮਤਲਬ ਨਵੇਂ ਵਿਚਾਰਾਂ ਨੂੰ ਆਉਣ ਦਿਓ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਹਰ ਬੱਚਾ ਜਿਹੜਾ ਆ ਪੜ੍ਹਾਈ ਦੇ ਵਿੱਚ ਹੀ ਅੱਗੇ ਹੋਵੇ। ਸੋ ਆਪਣੇ ਵਿਚਾਰਾਂ ਨੂੰ ਬਦਲੋ, ਨਵੀਂ ਸੋਚ ਆਪਣੇ ਅੰਦਰ ਅਪਣਾਓ। ਕਰੋਗੇ ਬੰਦ ਕਿਤਾਬਾਂ ਵਿੱਚ ਇਹ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਕਿਤਾਬਾਂ ਵਿੱਚ ਬੰਦ ਕਰੋਗੇ, ਭਾਵ ਕਿਤਾਬਾਂ ਦੇ ਬੋਝ ਹੇਠਾਂ ਦਬਾਉਂਦੇ ਰਹੋਗੇ, ਸੋਹਣੇ ਫੁੱਲ ਮਾਸੂਮ ਜੋ ਇਹ ਸੋਹਣੇ ਜਿਹੜੇ ਛੋਟੇ ਮਾਸੂਮ ਫੁੱਲਾਂ ਵਰਗੇ ਬੱਚੇ ਆ ਨਾ, ਉਹਨਾਂ ਨੇ ਫਿਰ ਮੁਰਝਾ ਜਾਣਾ ਆ। ਜਿਵੇਂ ਜੇਕਰ ਅਸੀਂ ਫੁੱਲਾਂ ਨੂੰ ਬੂਟੇ ਤੋਂ ਤੋੜ ਲਈਏ ਤਾਂ ਉਹ ਵਿਚਾਰਾ ਮੁਰਝਾ ਜਾਂਦਾ ਹੈ ਨਾ, ਇਸੇ ਤਰ੍ਹਾਂ ਜੇਕਰ ਬੱਚਿਆਂ ਨੂੰ ਸਾਰਾ ਦਿਨ ਅਸੀਂ ਮਾਸੂਮ ਫੁੱਲਾਂ ਵਰਗੇ ਬੱਚਿਆਂ ਨੂੰ ਕਿਤਾਬਾਂ ਦੇ ਬੋਝ ਹੇਠ ਦਬਾਵਾਂਗੇ ਨਾ, ਫਿਰ ਉਹ ਬਿਲਕੁਲ ਮੁਰਝਾ ਜਾਣਗੇ, ਸੁੱਕ ਸੜ ਜਾਣਗੇ, ਲੱਭੋਗੇ ਫਿਰ ਪਰ ਮਿਲਣੀ ਨਹੀਂ ਖੁਸ਼ਬੂ। ਤਾਂ ਉਸ ਸਮੇਂ ਜੇਕਰ ਅਸੀਂ ਇਹ ਸੋਚਾਂਗੇ ਕਿ ਸਾਨੂੰ ਜਿਹੜੇ ਫੁੱਲ ਆ ਉਹ ਪਹਿਲਾਂ ਵਰਗੀ ਖੁਸ਼ਬੂ ਦੇਣ, ਤਾਂ ਉਹ ਸਾਨੂੰ ਕਦੇ ਵੀ ਨਹੀਂ ਮਿਲਣੀ। ਕਿਉਂਕਿ ਸੜ ਸੁੱਕੇ ਫੁੱਲ ਜਿਹੜੇ ਆ ਕਦੇ ਵੀ ਖੁਸ਼ਬੂ ਨਹੀਂ ਦਿੰਦੇ। ਕਹਿਣ ਤੋਂ ਕੀ ਭਾਵ ਹੈ ਕਿ ਜੇਕਰ ਇਸੇ ਤਰ੍ਹਾਂ ਬੱਚੇ ਕਿਤਾਬਾਂ ਦੇ ਬੋਝ ਥੱਲੇ ਦੱਬਦੇ ਰਹੇ ਤਾਂ ਉਹਨਾਂ ਦੀ ਜਿਹੜੀ ਇਹ ਜ਼ਿੰਦਗੀ ਹੈ ਉਹ ਬਿਲਕੁਲ ਸੁੱਕੇ ਸੜੇ ਫੁੱਲਾਂ ਵਰਗੀ ਹੋ ਜਾਣੀ ਹੈ, ਜਿਨ੍ਹਾਂ ਨੂੰ ਅਸੀਂ ਸੋਚਣਾ ਹੈ ਕਿ ਬੱਚੇ ਜਿਹੜੇ ਆ ਪਹਿਲਾਂ ਵਰਗੇ ਸਾਨੂੰ ਹੱਸਦੇ ਖੇਡਦੇ ਮਿਲਣ, ਮੁਸਕਰਾਉਂਦੇ ਹੋਏ ਬੱਚੇ ਮਿਲਣ, ਪਰ ਸਾਨੂੰ ਉਹ ਜਿਹੇ ਤੰਦਰੁਸਤ ਬੱਚੇ ਨਹੀਂ ਮਿਲਣਗੇ। ਰਾਜ ਨਾ ਮੰਗਦੇ ਤਾਜ ਨਾ ਮੰਗਦੇ, ਇਹ ਮੰਗਦੇ ਫੁੱਲ ਬਣ ਖਿੜਨਾ। ਕਿਉਂਕਿ ਜਿਹੜੇ ਬੱਚੇ ਆ ਉਹ ਨਾ ਤਾਂ ਰਾਜ ਮੰਗਦੇ ਆ ਨਾ ਤਾਜ ਮੰਗਦੇ ਆ, ਸਿਰਫ ਉਹ ਕੀ ਚਾਹੁੰਦੇ ਆ ਕਿ ਉਹਨਾਂ ਨੂੰ ਵੀ ਫੁੱਲਾਂ ਵਾਂਗ ਖਿੜਨ ਦੀ ਜਿਹੜੀ ਆ ਉਹ ਇਜਾਜ਼ਤ ਦਿੱਤੀ ਜਾਵੇ। ਜਿਸ ਤਰ੍ਹਾਂ ਫੁੱਲ ਜਿਹੜੇ ਆ ਉਹ ਖਿੜ ਕੇ ਆਲੇ ਦੁਆਲੇ ਨੂੰ ਮਹਿਕਾਉਂਦੇ ਆ, ਰੋਸ਼ਨ ਕਰਦੇ ਆ, ਉਸੇ ਤਰ੍ਹਾਂ ਬੱਚਿਆਂ ਨੂੰ ਵੀ ਜਿਹੜਾ ਹੈ ਪੂਰੀ ਤਰ੍ਹਾਂ ਫੁੱਲਾਂ ਵਾਂਗ ਖਿੜਨ ਦਾ ਸਮਾਂ ਦਿੱਤਾ ਜਾਵੇ, ਭਾਵ ਆਪਣਾ ਬਚਪਨ ਜੀਣ ਦੀ ਜਿਹੜੀ ਹੈ ਇਜਾਜ਼ਤ ਦਿੱਤੀ ਜਾਵੇ। ਸੋ ਇਹ ਜਿਹੜੀਆਂ 17 ਆ ਬਹੁਤ ਇੰਪੋਰਟੈਂਟ ਆ, ਜਿਹਦੇ ਵਿੱਚ ਸਾਰੀ ਇਕਾਂਗੀ ਦਾ ਸਾਰ ਆ ਕਿ ਸਾਨੂੰ ਬੱਚਿਆਂ ਦੇ ਬਚਪਨ ਨੂੰ ਦੋ ਤਨੀਆਂ ਭਾਵ ਬਸਤੇ ਦੇ ਫੰਦੇ ਤੋਂ ਬਾਹਰ ਕੱਢ ਕੇ ਆਪਣੀ ਸੋਚ ਨੂੰ ਬਦਲ ਕੇ ਉਹਨਾਂ ਨੂੰ ਆਜ਼ਾਦੀ ਭਰਿਆ ਫੁੱਲਾਂ ਵਰਗਾ ਜੀਵਨ ਜੀਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਤਾਂ ਜੋ ਬੱਚੇ ਜਿਹੜੇ ਹੈ ਮੁਸਕਰਾਉਂਦੇ ਹੋਏ ਸਿਹਤਮੰਦ ਬੱਚੇ ਜਿਹੜੇ ਆ ਉਹ ਸਾਨੂੰ ਮਿਲ ਸਕਣ। ਇਹਦੇ ਨਾਲ ਹੀ ਬੇਟੇ ਜਿਹੜਾ ਤੁਹਾਨੂੰ ਮੈਂ ਸੈਂਡ ਕੀਤਾ ਸੀ ਵਿਸ਼ਾ, ਉਹਨੂੰ ਜ਼ਰੂਰ ਪੜ੍ਹ ਲਈਓ, ਜਿਹਦੇ ਵਿੱਚ ਇਹ ਸਾਰਾ ਮੈਂ ਜਿਹੜਾ ਸਾਰ ਸਮਰੀ ਲਿਖੀ ਆ, ਜਿਹਨੂੰ ਪੜ੍ਹ ਕੇ ਤੁਹਾਨੂੰ ਇਕਾਂਗੀ ਦਾ ਵਿਸ਼ਾ ਤੇ ਸਾਰ ਜਿਹੜਾ ਆ ਉਹ ਚੰਗੀ ਤਰ੍ਹਾਂ ਸਮਝ ਆਏਗਾ। ਹਾਂਜੀ ਸਟੂਡੈਂਟਸ, ਅੱਜ ਆਪਣੀ ਇਕਾਂਗੀ ਜਿਹੜੀ ਆ ਖਤਮ ਹੋਈ ਆ। ਜਿਹੜੇ ਤੁਹਾਨੂੰ ਮੈਂ ਕੁਐਸਚਨ ਆਨਸਰ ਤੇ ਪਾਤਰ ਭੇਜਿਆ ਉਹ ਨਾਲ ਪੜ੍ਹ ਲਈਓ ਔਰ ਉਹਨਾਂ ਨੂੰ ਸੋਲਵ ਕਰ ਲਈਏ। ਇਸ ਤੋਂ ਬਾਅਦ ਜਿਹੜੀ ਹੈ ਤੁਹਾਡੀ ਰਿਕੁਐਸਟ ਦੇ ਉੱਪਰ ਆਪਾਂ ਸ਼ਹੀਦ ਕਹਾਣੀ ਜਿਹੜੀ ਕਿ ਤੁਹਾਡੇ ਸਿਲੇਬਸ ਦੀ 10ਵੀਂ ਸਟੋਰੀ ਆ ਉਹ ਸ਼ੁਰੂ ਕਰਾਂਗੇ, ਜਿਹੜੀ ਕਿ ਤੁਸੀਂ ਇੱਥੋਂ ਸਮਝਣੀ ਆ ਔਰ ਉਹਦੇ ਨਾਲ ਰਿਲੇਟਡ ਜਿੰਨੇ ਵੀ ਕੁਐਸਚਨ ਆਨਸਰ ਆ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ।